ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣ ਕੈ, ਤਾਂ ਕੀਚੈ ਵਾਪਾਰ। ਦੋਹੀ ਦਿਚੈ ਦੁਰਜਨਾ, ਮਿੱਤਰਾਂ ਕੂ ਜੈਕਾਰ। ਜਿਤ ਦੋਹੀ ਸੱਜਣ ਮਿਲਨ, ਲਹੋ ਮੁੰਦੇ ਵਿਚਾਰ। ਤਨ ਮਨ ਦੀਜੈ ਸੱਜਣਾ, ਐਸਾ ਹੱਸਣ ਸਾਰ। ਤਿਸ ਸਿਉ ਨੇਹੋ ਨਾ ਕੀਚਈ, ਜੇ ਦਿਸੈ ਚੱਲਣ ਹਾਰ। ਨਾਨਕ ਜਿਨੀ ਇਵ ਕਰ ਬੁੱਝਿਆ, ਤਿਨਾ ਬਿਟਹੁ ਕੁਰਬਾਨ। ਤਿਸ ਸਿਉ ਨੇਹੋ ਨਾ ਕੀਚਈ, ਜੇ ਦਿਸੈ ਚੱਲਣ ਹਾਰ। ਨਾਨਕ ਜਿਨੀ ਇਵ ਕਰ ਬੁੱਝਿਆ, ਤਿਨਾ ਬਿਟਹੁ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸੰਗਤਾਂ ਸ਼ਹੀਦਾਂ ਦੇ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ। ਹਰ ਰੋਜ਼ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੀ ਕਥਾ ਸ਼ਰਵਣ ਕਰਦੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਸ਼ਲੋਕਾਂ ਦੀ ਕਥਾ ਚੱਲ ਰਹੀ ਹੈ। ਕੱਲ ਆਪ ਸੰਗਤਾਂ ਨੇ ਪਹਿਲੇ ਸ਼ਲੋਕ ਦੀ ਕਥਾ ਸ਼ਰਵਣ ਕੀਤੀ ਸੀ ਕਿ ਇਹ ਜ਼ਿੰਦਗੀ ਜਵਾਨੀ, ਇਹਦੀ ਕੋਈ ਗਰੰਟੀ ਨਹੀਂ ਹੈ, ਕੋਈ ਮਨਿਆਦ ਨਹੀਂ ਹੈ। ਇਸ ਕਰਕੇ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ, ਗੁਰੂ ਦਾ ਪੱਲਾ ਫੜਨਾ ਚਾਹੀਦਾ ਹੈ। ਅੱਜ ਦੂਸਰੇ ਪਵਿੱਤਰ ਸ਼ਬਦ ਦੀ ਕਥਾ ਹੈ। ਸੁਣ ਮੁੰਦੇ ਹਰਣ ਆਖੀਏ, ਗੂੜਾ ਵੈਣ ਅਪਾਰ। ਸਤਿਗੁਰੂ ਜੀ ਗਰੀਬ ਨਵਾਜ ਪਵਿੱਤਰ ਉਪਦੇਸ਼ ਦਿੰਦੇ ਨੇ। ਮੁੰਦ ਕਹਿੰਦੇ ਨੇ ਇਸਤਰੀ ਨੂੰ। ਹੇ ਜਗਿਆਸੂ ਰੂਪ ਇਸਤਰੀਏ, ਸੁਣ ਮੁੰਦੇ ਸੁਣਨਾ ਕਰ। ਹਰਣ ਆਖੀਏ, ਹਰਣ ਆਖੀਏ ਮਾਨੇ ਹਰਣ ਵਰਗੀਆਂ ਅੱਖਾਂ।
ਇਹ ਜਿਹੜੀ ਜੀਵ ਆਤਮਾ ਹੈ ਨਾ, ਇਹ ਪਰਮੇਸ਼ਰ ਦੀ ਅੰਸ਼ ਹੈ, ਵਾਹਿਗੁਰੂ ਦੀ ਅੰਸ਼ ਹੈ। ਇਸ ਜੀਵ ਆਤਮਾ ਪਾਸ ਦੋ ਅੱਖਾਂ ਨੇ ਜਿਹੜੀਆਂ ਮਨ ਤੇ ਬੁੱਧ। ਜਾਂ ਗੁਰੂ ਕਿਆ ਸਿੱਖਾ ਸੁਣ, ਤੈਨੂੰ ਦੋ ਅੱਖਾਂ ਦਿੱਤੀਆਂ ਨੇ ਮਹਾਰਾਜ ਨੇ। ਇੱਕ ਆ ਗੁਰੂ ਗ੍ਰੰਥ ਸਾਹਿਬ, ਸ਼ੁਰਤੀ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ। ਇੱਕ ਆ ਸਾਡੇ ਇਤਿਹਾਸ ਦੇ ਗ੍ਰੰਥ ਰਹਿਤਨਾਮੇ, ਸਿਮਰਤੀ। ਦੋ ਤਰ੍ਹਾਂ ਦੇ ਗ੍ਰੰਥ ਹੁੰਦੇ ਨਾ, ਇੱਕ ਹੁੰਦੀ ਸੁਰਤੀ, ਇੱਕ ਹੁੰਦੀ ਸਿਮਰਤੀ। ਇੱਕ ਤਾਂ ਉਹ ਗ੍ਰੰਥ ਆ ਜਿਹਦੇ ਵਿੱਚ ਸਿਰਫ ਰੱਬ ਦੀ ਗੱਲ ਆ, ਇੱਕ ਉਹ ਗ੍ਰੰਥ ਹੁੰਦੇ ਜਿਹਦੇ ਵਿੱਚ ਮਰਿਆਦਾ ਦੱਸੀ ਹੁੰਦੀ ਆ, ਰਹਿਤ ਬੰਨੀ ਹੁੰਦੀ ਆ, ਸ਼ਰ੍ਹਾ ਹੁੰਦੀ ਆ। ਤਾਂ ਦੋ ਅੱਖਾਂ ਨੇ, ਭਾਵ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਜੋ ਪੁੱਛਣਾ ਵਾ। ਇਹਨਾਂ ਦੋ ਅੱਖਾਂ ਦੇ ਨਾਲ ਇਤਿਹਾਸ ਦੇ ਵਿੱਚ ਦੇਖ ਜੋ ਦੇਖਣਾ ਵਾ। ਇਤਿਹਾਸ ਕੀ ਕਹਿੰਦਾ ਹੈ, ਰਹਿਤਨਾਮੇ ਕੀ ਕਹਿੰਦੇ ਹਨ। ਇਹਨਾਂ ਦੋ ਅੱਖਾਂ ਦੇ ਨਾਲ ਸਿੱਖ ਨੂੰ ਦੇਖਣਾ ਚਾਹੀਦਾ ਹੈ। ਸੁਣ ਮੁੰਦੇ ਹਰਣ ਆਖੀਏ, ਗੂੜਾ ਵੈਣ ਅਪਾਰ। ਇਹ ਤੈਨੂੰ ਗੂੜਾ ਗੁੱਜਾ ਵੈਣ ਬਚਨ, ਅਪਾਰ ਬਹੁਤਾ। ਤੈਨੂੰ ਬਹੁਤੀ ਗੁੱਝੀ ਗੱਲ ਦੱਸਦੇ ਆ। ਗੁਰੂ ਕਿਆ ਸਿੱਖਾ ਜਿਹੜੀ ਚੀਜ਼ ਨਾ ਸਮਝ ਆਵੇ, ਐਵੇਂ ਪਖੰਡੀਆਂ ਪਿੱਛੇ ਨਾ ਲੱਗ, ਐਵੇਂ ਮਨਮਤੀਆਂ ਪਿੱਛੇ ਨਾ ਤੁਰਿਆ ਫਿਰ। ਤੂੰ ਉਹ ਚੀਜ਼ ਮੰਨਣੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਜਾਂ ਗੁਰ ਇਤਿਹਾਸ ਕਹਿੰਦਾ ਹੈ। ਕਿਉਂ ਦੋ ਅੱਖਾਂ ਨੇ ਸਾਡੀਆਂ, ਸੁਰਤੀ ਤੇ ਸਿਮਰਤੀ। ਤਾਂ ਗਰੀਬ ਨਵਾਜ ਕਹਿੰਦੇ ਨੇ, ਇੱਕ ਤੈਨੂੰ ਗੁੱਝਾ ਗੁਪਤ ਬਚਨ ਦੱਸਦੇ ਆ ਜਿਹੜਾ ਅਪਾਰ ਬੇਅੰਤ ਪਰਮੇਸ਼ਰ ਦੀ ਪ੍ਰਾਪਤੀ ਕਰਾਉਂਦਾ ਹੈ। ਤਾਂ ਜਗਿਆਸੂ ਨੇ ਆਖਿਆ, ਮਹਾਰਾਜ ਉਹ ਕਿਹੜਾ ਬਚਨ ਹੈ? ਜੀਵ ਰੂਪ ਇਸਤਰੀ ਨੇ, ਗੁਰੂ ਕੇ ਸਿੱਖ ਨੇ, ਜਗਿਆਸੂ ਨੇ। ਤਾਂ ਮਹਾਤਮਾ ਅੱਗੇ ਫਿਰ ਕਥਨ ਕਰਦੇ ਆ, ਪਹਿਲਾ ਵਸਤ ਸਿਆਣ ਕੈ, ਤਾਂ ਕੀਚੈ ਵਾਪਾਰ। ਸਭ ਤੋਂ ਪਹਿਲਾਂ ਵਸਤੂ ਨੂੰ, ਸੌਦੇ ਨੂੰ ਸਿਆਣਨਾ ਕਰ। ਕਿਉਂ ਲੋਕ ਕੋਈ ਚੀਜ਼ ਖਰੀਦਣ ਤੋਂ ਪਹਿਲਾਂ, ਸੌਦਾ ਖਰੀਦਣ ਤੋਂ ਪਹਿਲਾਂ, ਲੈਣ ਤੋਂ ਪਹਿਲਾਂ ਉਸ ਸੌਦੇ ਦੀ ਪਰਖ ਕਰਦੇ ਆ। ਕਿੰਨਾ ਸਿਰ ਖਪਾਇਆ ਜਾਂਦਾ ਵੀ ਧੋਖਾ ਨਾ ਹੋ ਜੇ, ਕਿੰਨੀ ਜਿੱਦ ਬਹਿਸ ਚੱਲਦੀ ਹੁੰਦੀ ਹੈ। ਇੱਕ ਰੇਹੜੀ ਤੋਂ ਲੈ ਕੇ ਵੱਡੇ ਵੱਡੇ ਸ਼ੋਰੂਮਾਂ ਤੱਕ, ਵੱਡੀਆਂ ਵੱਡੀਆਂ ਦੁਕਾਨਾਂ ਤੱਕ। ਆ ਮਾਈਆਂ ਹੀ ਵੇਖ ਲਓ, ਇੱਕ ਸੂਟ ਲੈਣ ਜਾਣਗੀਆਂ, ਅਗਲੇ ਦੀ ਸਾਰੀ ਦੁਕਾਨ ਖਾਲੀ ਕਰਾ ਦਿੰਦੀਆਂ। ਲੈਣਾ ਇੱਕ ਸੂਟ ਆ ਤੇ ਪਸੰਦ ਕਰਦਿਆਂ ਕਰਦਿਆਂ ਸਾਰੀ ਦੁਕਾਨ ਖਾਲੀ ਕਰ ਦਿੱਤੀ ਜਾਂਦੀ ਆ, ਤੇ ਫਿਰ ਵੀ ਗਰੰਟੀ ਨਹੀਂ ਵੀ ਪਸੰਦ ਆਵੇ ਕਿ ਨਾ ਆਵੇ। ਤਾਂ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਖਰੀਦਣੀ ਆ
ਬੰਦਾ ਬੜਾ ਸਾਵਧਾਨ ਰਹਿੰਦਾ ਹੈ ਵੀ ਧੋਖਾ ਨਾ ਹੋ ਜੇ, ਕਿਤੇ ਪੈਸੇ ਨਾ ਮਰ ਜਾਣ, ਕਮਾਈ ਨਾ ਚਲੀ ਜਾਵੇ। ਤਾਂ ਉਹਦੇ ਗੁਣ ਔਗਣ ਬੜੀ ਚੰਗੀ ਤਰ੍ਹਾਂ ਪਰਖਦਾ ਹੈ। ਤੇ ਤਾਂ ਕੀਚੈ ਵਪਾਰ, ਪਹਿਲਾਂ ਪਰਖਦਾ ਹੈ ਤੇ ਫਿਰ ਉਹਦਾ ਵਪਾਰ ਕਰਦਾ, ਮੈਨੇ ਉਹਨੂੰ ਖਰੀਦਦਾ ਵਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਹ ਗੁਰੂ ਧਾਰਨ ਕਰਨ ਲੱਗਿਆ, ਗੁਰੂ ਨੂੰ ਧਾਰਨ ਕਰਨ ਲੱਗਿਆ ਪਹਿਲਾਂ ਗੁਰੂ ਦੀ ਪਰਖ ਕਰੋ। ਧੋਖਾ ਨਾ ਹੋ ਜੇ ਕਿਤੇ, ਸਾਰੀ ਉਮਰ ਵਿਅਰਥ ਚਲੇ ਜਾਊਗੀ ਜੇ ਪਖੰਡੀ ਦੇ ਚਰਨ ਫੜ ਲਏ ਭੁਲੇਖੇ ਨਾਲ, ਉਮਰ ਵਾਪਸ ਨਹੀਂ ਆਉਣੀ। ਮਹਾਰਾਜ ਕਹਿੰਦੇ ਕੇਤੇ ਗੁਰ ਚੇਲੇ ਫੁਨ ਹੂਆ, ਕਿੰਨੀ ਵਾਰੀ ਗੁਰੂ ਧਾਰਨ ਕੀਤੇ, ਕਿੰਨੇ ਜਨਮ ਗੁਰੂ ਧਾਰਨ ਕੀਤੇ। ਕਹਿੰਦੇ ਜੇ ਗੁਰੂ ਧਾਰਨ ਕੀਤਾ ਸੀ ਤੇ ਫਿਰ ਜੰਮਦਾ ਕਿਉਂ ਰਿਹਾ? ਤਾਂ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਗੁਰੂ ਨੇ ਮੁਕਤ ਨਹੀਂ ਕੀਤਾ। ਗੁਰੂ ਤਾਂ ਬੜੇ ਧਾਰਨ ਕੀਤੇ ਪਰ ਸਭ ਕੱਚੇ ਦੇ ਕੱਚੇ। ਤਾਂ ਪਹਿਲਾਂ ਗੁਰੂ ਦੀ ਪਰਖ ਕਰ, ਕਿਸੇ ਸੰਤ ਦੀ ਸੰਗਤ ਕਰਨ ਤੋਂ ਪਹਿਲਾਂ ਉਸ ਸੰਤ ਨੂੰ ਪਰਖ ਲਓ। ਉਹ ਸਾਧ ਦੀ ਪਰਖ ਕਰਨੀ ਚਾਹੀਦੀ ਹੈ, ਸੌਦੇ ਦੀ। ਜਿਵੇਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਵੇਖਣ ਨੂੰ ਤੇ ਪਖੰਡੀ ਵੀ ਸਗੋਂ ਉਦਾਂ ਦਾ ਹੀ ਆ, ਤੇ ਅਸਲੀ ਸੰਤ ਵੀ ਉਦਾਂ ਦਾ ਹੀ ਹੈ। ਜੇ ਬਾਹਰੋਂ ਵੇਖੋ ਤੇ ਦੇਖੋ, ਕਈ ਚੀਜ਼ਾਂ ਦੇਖਣ ਨੂੰ ਇੱਕੋ ਜੀਆਂ ਲੱਗਦੀਆਂ ਨੇ, ਬਿਲਕੁਲ ਇੱਕੋ ਜਿਹੀਆਂ। ਜਿਵੇਂ ਮਹਾਰਾਜ ਕਹਿੰਦੇ ਗੁੱਛਾ ਹੋਏ ਤਿਰਕੋਨੂਆ, ਕਿਉਂ ਬੁੜੀਏ ਦਾਖੇ, ਅੱਕੇ ਕੇਰੀ ਖਖੜੀ, ਕੋਈ ਅੰਬ ਨਾ ਭਾਖੇ। ਗਹਿਣੇ ਜਿਉ ਜਰਪੋਸ ਦੇ, ਨਹੀਂ ਸੋਇਣ ਸਾਖੇ। ਫਟਕ ਨਾ ਪੁੱਜਣ ਹੀਰਿਆਂ, ਧੌਲੇ ਦਿਸਣ ਸ਼ਾਹ ਦੁੱਧ। ਤੇ ਅਖੀਰ ਨਿਚੋੜ ਕੀ ਕੱਢ ਦਿੱਤਾ, ਤਿਉ ਸਾਧ ਅਸਾਧ ਪਰਖੀਆਂ, ਕਰਤੂਤ ਸੋ ਭਾਖੇ। ਵੇਖਣ ਨੂੰ ਜਿਹੜੇ ਆਪਣੇ ਆਪ ਨੂੰ ਸਾਧ ਸਮਝਦੇ ਆ ਵੀ ਅਸੀਂ ਬੜੇ ਸਾਧ ਹਾਂ, ਇਹ ਵੇਖਣ ਨੂੰ ਤੇ ਆਪਣੇ ਵਰਗੇ ਹੀ ਆ। ਪਰ ਫਰਕ ਕੀ ਆ? ਤਾਂ ਪਰਖ ਕਰਨੀ ਚਾਹੀਦੀ ਆ। ਜਿਹੜੇ ਪਰਖ ਕਰਦੇ ਨੇ ਉਹ ਧੋਖਾ ਨਹੀਂ ਖਾਂਦੇ ਕਦੀ ਵੀ ਜ਼ਿੰਦਗੀ ਦੇ ਵਿੱਚ, ਤੇ ਜਿਹੜੇ ਪਰਖ ਨਹੀਂ ਕਰਦੇ ਉਹ ਧੋਖਾ ਖਾ ਜਾਂਦੇ ਨੇ। ਕਿਉਂ? ਦੁਨੀਆ ਇੱਕ ਚੋਰ ਬਾਜ਼ਾਰੀ ਆ, ਇੱਥੇ ਬੜਾ ਧੋਖਾ ਚੱਲਦਾ ਹੈ। ਤਾਂ ਉਦਾਹਰਨ ਦੇ ਕੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਵਾ, ਕਹਿੰਦੇ ਤਿਰਕੋਨੂਆਂ ਦਾ ਗੁੱਛਾ ਤੇ ਦਾਖਾਂ ਵੇਖਣ ਨੂੰ ਇੱਕੋ ਜੀਆਂ ਨੇ। ਅੱਕ ਦੀ ਖਖੜੀ ਤੇ ਅੰਬ ਵੇਖਣ ਨੂੰ ਇੱਕੋ ਜਿਹੇ ਨੇ, ਬਿਲਕੁਲ ਇੱਕੋ ਜਿਹੇ ਹੁੰਦੇ। ਉੱਦਾਂ ਦਾ ਸਾਈਜ਼ ਹੁੰਦਾ, ਜਿਵੇਂ ਕੱਚਾ ਅੰਬ, ਹਰਿਆ ਅੰਬ, ਉੱਦਾਂ ਦਾ ਹੀ ਉਹ ਖਖੜੀ ਹੁੰਦੀ ਆ, ਵੇਖਣ ਨੂੰ ਕੋਈ ਫਰਕ ਹੀ ਕੋਈ ਨਹੀਂ। ਤੇ ਮਲੰਮੇ ਦੇ ਗਹਿਣੇ ਤੇ ਸੋਨੇ ਦੇ ਗਹਿਣੇ ਵੇਖਣ ਨੂੰ ਇੱਕੋ ਜਿਹੇ ਨੇ।
ਸਗੋਂ ਨਕਲੀ ਚੀਜ਼ ਦੀ ਚਮਕ ਕਈ ਵਾਰੀ ਜ਼ਿਆਦਾ ਹੁੰਦੀ ਹੈ। ਤੇ ਫਿਰ ਅਗਲਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਨੇ ਕੱਚ ਤੇ ਹੀਰਾ ਵੇਖਣ ਨੂੰ ਇੱਕੋ ਜਿਹੇ ਨੇ। ਅੱਜ ਕੱਲ੍ਹ ਆਰਟੀਫਿਸ਼ਲ ਜਵੈਲਰੀ ਬਣਦੀ ਨਾ ਕੱਚ ਤੋਂ, ਵੇਖਣ ਨੂੰ ਕੱਚ, ਸਫਟਕ ਤੇ ਹੀਰਾ ਇੱਕੋ ਜਿਹੇ ਨੇ। ਵੇਖਣ ਨੂੰ ਦੁੱਧ ਤੇ ਲੱਸੀ ਧੌਲੇ ਦਿਸਣ ਸ਼ਾਹ ਦੁੱਧ, ਛਾਛ ਤੇ ਦੁੱਧ ਇੱਕੋ ਜਿਹੇ ਨੇ। ਬਾਹਰੋਂ ਦੇਖੋ ਤੇ ਇੱਕ ਆਮ ਬੰਦੇ ਦਾ ਤੇ ਇੱਕ ਸਾਧ ਦਾ ਫਰਕ ਨਹੀਂ ਦਿਖਦਾ ਹੈ। ਬਾਹਰੋਂ ਕੋਈ ਫਰਕ ਨਹੀਂ ਹੈ। ਉਹਨੇ ਵੀ ਪ੍ਰਸ਼ਾਦਾ ਪਾਣੀ ਛਕਣਾ, ਇਹਨੇ ਵੀ ਛਕਣਾ ਹੈ, ਉਹਨੇ ਵੀ ਸੌਣਾ, ਇਹਨੇ ਵੀ ਸੌਣਾ ਹੈ। ਬਾਹਰਲੀ ਕਿਰਿਆ ਦਾ ਕੋਈ ਫਰਕ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਮ ਪਿਆਰੇ ਸਿੱਖ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਪਰ ਮੁੱਲ ਦਾ ਫਰਕ ਵੇਖੋ ਤੁਸੀਂ। ਕਿੱਥੇ ਜ਼ਹਿਰ ਵਰਗੇ ਕੌੜੇ ਧਰਕੋਨੂ ਤੇ ਕਿੱਥੇ ਅੰਮ੍ਰਿਤ ਵਰਗੀਆਂ, ਸ਼ਹਿਦ ਵਰਗੀਆਂ ਮਿੱਠੀਆਂ ਦਾਖਾਂ। ਕਿੱਥੇ ਨਿਰਾ ਜ਼ਹਿਰ ਅੱਕ ਤੇ ਕਿੱਥੇ ਅੰਬ। ਕਿੱਥੇ ਪਿੱਤਲ ਤੇ ਕਿੱਥੇ ਸੋਨਾ। ਪਿੱਤਲ ਦਾ ਮੁੱਲ ਕੀ ਹੈ ਤੇ ਸੋਨੇ ਦਾ ਮੁੱਲ ਵੇਖੋ। ਕੱਚ ਵੇਖਣ ਨੂੰ ਹੀਰੇ ਵਰਗਾ ਵਾ, ਪਰ ਕੱਚ ਦੀ ਕੀਮਤ ਕੀ ਆ, ਕੱਚ ਦੀ ਔਕਾਤ ਕੀ ਆ ਹੀਰੇ ਅੱਗੇ? ਕੱਚ ਦੀ ਕੀ ਔਕਾਤ ਆ ਬਈ? ਹੀਰੇ ਅੱਗੇ ਕੱਖ ਵੀ ਨਹੀਂ, ਦੁੱਕੀ ਤਿੱਕੀ ਵੀ ਨਹੀਂ, ਹੀਰੇ ਅੱਗੇ ਕੱਖ ਵੀ ਨਹੀਂ। ਇਸੇ ਤਰ੍ਹਾਂ ਜਿਹੜੇ ਪਖੰਡੀ ਸਾਧ ਨੇ ਨਾ, ਇਹ ਅਸਲੀ ਸੰਤਾਂ ਦੀ ਰੀਸ ਕਰਦੇ ਆ, ਔਰ ਅਸਲੀ ਸੰਤਾਂ ਅੱਗੇ, ਮਹਾਂਪੁਰਖਾਂ ਅੱਗੇ ਇਹ ਨਿੰਦਕ ਲੋਕ, ਇਹ ਪਖੰਡੀ ਲੋਕ ਕੱਖ ਵੀ ਮੁੱਲ ਨਹੀਂ ਰੱਖਦੇ। ਤਿਉਂ ਸਾਧ ਅਸਾਧ ਪਰਖੀਆਂ ਕਰਤੂਤ ਸੋ ਭਾਖੇ। ਤਾਂ ਭਾਈ ਜੀ ਕਹਿੰਦੇ ਨੇ, ਭਾਈ ਸਾਹਿਬ ਫਰਮਾਉਂਦੇ ਨੇ ਕਿ ਪਤਾ ਲੱਗਦਾ ਕਰਤੂਤਾਂ ਤੋਂ। ਤੇ ਜੇ ਇਹ ਗੱਲ ਵੇਖਣੀ ਹੋਵੇ ਵੀ ਇਹ ਗੱਲ ਠੀਕ ਹੈ, ਤੇ ਫਿਰ ਭਾਈ ਗੁਰਦਾਸ ਜੀ ਦੀ ਬਾਣੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆ। ਭਾਈ ਗੁਰਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆ। ਮੈਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਆ ਉਹਨਾਂ। ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਤਾਂ ਭਾਈ ਗੁਰਦਾਸ ਨੂੰ ਪੜ੍ਹੋ, ਨਹੀਂ ਤੇ ਗੁਰੂ ਗ੍ਰੰਥ ਸਾਹਿਬ ਸਮਝ 'ਚ ਨਹੀਂ ਆਵੇਗਾ। ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਕੀ ਆ, ਤਾਤਪਰਜ ਕੀ ਆ, ਸਿੱਖਿਆ ਕੀ ਆ, ਕੀ ਕਹਿਣਾ ਚਾਹੁੰਦਾ ਹੈ, ਬਾਣੀ ਕੀ ਉਪਦੇਸ਼ ਦੇਣਾ ਚਾਹੁੰਦੀ ਹੈ, ਇਹ ਭਾਈ ਗੁਰਦਾਸ ਨੇ ਨਿਚੋੜ ਕੱਢਿਆ ਹੈ। ਤਾਂ ਕੀ ਇਹ ਗੱਲ ਭਾਈ ਗੁਰਦਾਸ ਠੀਕ ਕਹਿੰਦਾ ਹੈ? ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਬਿਲਕੁਲ ਠੀਕ ਆ। ਕੀ ਕਹਿੰਦੇ? ਸਾਧ ਨਾਮ ਨਿਰਮਲਤਾ ਕੇ ਕਰਮ। ਸਾਧ ਉਹ ਆ ਜਿਹਦੇ ਕਰਮ ਨਿਰਮਲ ਨੇ। ਤਾਂ ਗਰੀਬ ਨਵਾਜ ਕਹਿੰਦੇ ਪਹਿਲਾ ਵਸਤ ਸਿਆਣ ਕੈ ਤਾਂ ਕੀਚੈ ਵਾਪਾਰ। ਗੁਰੂ ਕਿਆ ਸਿੱਖਾ ਪਹਿਲਾਂ ਪਛਾਣ ਤੇ ਲਾ, ਪਰਖ ਤੇ ਕਰ ਲਾ। ਆ ਸਰਸੇ ਵਾਲੇ ਦੇ ਚੇਲਿਆਂ ਨਾਲ ਵੇਖੋ ਕਿੱਡਾ ਧੋਖਾ ਹੋ ਗਿਆ। ਮੰਨਿਆ ਕੀ ਤੇ ਨਿਕਲਿਆ ਕੀ? ਸਮਝਿਆ ਕੀ ਤੇ ਬਾਅਦ ਚ ਕੀ ਨਿਕਲ ਆਇਆ?
परख लेंदे पहिलां हुण रोई जांदे आ। आप भी छित्तर खाते आ, जेल च बैठा वा ते चेले भी कटाए आ। ਤਾਂ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਪਹਿਲਾਂ ਗੁਰੂ ਨੂੰ, ਸੰਤ ਨੂੰ, ਸਾਧ ਨੂੰ ਪਰਖੋ। ਕਿਉਂ? ਚਾਰ ਤਰੀਕੇ ਆ ਜਿਹਦੇ ਨਾਲ ਅਸੀਂ ਦੁਨੀਆ ਦੇ ਸੰਪਰਕ ਚ ਆਉਂਦੇ। ਇੱਕ ਅਸੀਂ ਕੀ ਕਰਦੇ ਆ, ਕਰਤੂਤ। ਇੱਕ ਅਸੀਂ ਕਿੱਦਾਂ ਦੇ ਦਿਖਦੇ ਆ। ਇੱਕ ਅਸੀਂ ਕੀ ਕਹਿੰਦੇ ਆ। ਇੱਕ ਅਸੀਂ ਕਿੱਦਾਂ ਕਹਿੰਦੇ ਆ। ਚਾਰ ਹੀ ਤਰੀਕੇ ਆ ਜਿੱਤੋਂ ਅਸੀਂ ਸੰਪਰਕ ਚ ਆਉਂਦੇ ਆ। ਤਾਂ ਗਰੀਬ ਨਵਾਜ ਇਸ ਗੱਲ ਉੱਤੇ ਬੜਾ ਜ਼ੋਰ ਦਿੰਦੇ। ਜਾਂ ਬ੍ਰਹਮ ਰੂਪ ਵਸਤੂ ਨੂੰ ਪਹਿਲਾਂ ਸਿਆਣ ਲਓ, ਬ੍ਰਹਮ ਕੌਣ ਆ, ਰੱਬ ਕੌਣ ਆ। ਬਾਅਦ ਚ ਹੋਰ ਹੀ ਕਿਸੇ ਨੂੰ ਰੱਬ ਮੰਨ ਲਓਗੇ। ਵਸਤੂ ਦਾ ਅਰਥ ਬ੍ਰਹਮ ਵੀ ਹੁੰਦਾ ਨਾ। ਤਾਂ ਵਸਤੂ ਨੂੰ ਪਛਾਣ ਲਓ, ਰੱਬ ਨੂੰ ਪਛਾਣ ਲਓ। ਐਵੇਂ ਹੋਰ ਕਿਸੇ ਨੂੰ ਰੱਬ ਮੰਨੋਗੇ। ਰੱਬ ਕੌਣ ਆ ਜੀ? ਜਿਹਦੇ ਕਹਿੰਦੇ 12 ਵਿਸ਼ੇਸ਼ਣ ਆ, ਸਤ, ਚਿੱਤ, ਆਨੰਦ, ਆਵਿਕਾਰੀ, ਕੁਟਸਥ, ਸਵੈਮ ਪ੍ਰਕਾਸ਼, ਸੈਭੰਗ। ਰੱਬ ਉਹ ਆ ਜਿਹੜਾ ਸੱਤ ਆ। ਦੇਖ ਲਓ ਦੁਨੀਆ 'ਚ ਕਿਹੜੀ ਚੀਜ਼ ਸੱਤ ਆ। ਸਾਰੇ ਮਰੀ ਜਾਂਦੇ ਆ, ਰਹਿੰਦਾ ਤੇ ਕੋਈ ਨਹੀਂ। ਜਿਹੜਾ ਰਹਿੰਦਾ ਉਹ ਰੱਬ ਆ। ਵਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਨੂੰ ਗ੍ਰਹਿਣ ਕਰ ਲਓ। ਵਾਚ ਅਰਥ ਤੇ ਅਸਮਾਨ ਵੀ ਰਹਿੰਦਾ। ਦੁਨੀਆ ਖਤਮ ਹੋ ਜਾਂਦੀ, ਅਸਮਾਨ ਤੇ ਉਹੀ ਆ। ਕਰੋੜਾਂ ਲੋਕ ਜੰਮੇ, ਕਰੋੜਾਂ ਮਰ ਗਏ, ਅਸਮਾਨ ਤੇ ਉਹੀ ਰਹਿੰਦਾ। ਕੱਲ ਨੂੰ ਕੋਈ ਕਹਿ ਦੂਗਾ ਵੀ ਅਸਮਾਨ ਰੱਬ। ਤਾਂ ਵਾਚ ਅਰਥ ਦਾ ਤਿਆਗ ਕਰਕੇ, ਲੱਖ ਅਰਥ ਗ੍ਰਹਿਣ ਕਰਕੇ, ਅਪੇਕਸ਼ਕ ਛੱਡ ਕੇ ਨਿਰਪੇਕਸ਼ਕ ਨੂੰ ਗ੍ਰਹਿਣ ਕਰਕੇ ਉਹ ਸੱਤ ਆ। ਤਾਂ ਪਹਿਲਾਂ ਰੱਬ ਨੂੰ ਪਛਾਣ, ਫਿਰ ਵਪਾਰ ਕਰ, ਫਿਰ ਪ੍ਰਵਿਰਤ ਹੋ। ਦੋਹੀ ਦਿਚੈ ਦੁਰਜਨਾ, ਮਿੱਤਰਾਂ ਕੋ ਜੈਕਾਰ। हे जीव रूप इस्त्रिये, हे जग्यासु गुरु के सिक्खा। दुर्जना संस्कृत का शब्द आ दुर्जना। गुरमुखी च कन्ना लाया ना। दुर्जना दुदृष्टो जना, जेड़े बहुते माड़े हैं। दुदृष्टो जना ਜਾਂ ਕੁਗਤੀ ਪ੍ਰਾਦਿਆ, ਜਿਨ੍ਹਾਂ ਦੇ ਸੰਗ 'ਚ ਬਹਿਣ ਕਰਕੇ ਤੇਰੇ ਛਿੱਤਰ ਪੈਣਗੇ, ਤੇਰਾ ਮੂੰਹ ਕਾਲਾ ਹੋਵੇਗਾ, ਤੈਨੂੰ ਕੁਗਤੀ ਪ੍ਰਾਪਤ ਹੋਊਗੀ। ਉਹ ਕੌਣ ਨੇ? ਦੁਰਜਨਾ। ਤਾਂ ਇਹਦਾ ਭਾਵ ਕੀ ਹੈ? ਦੁਰਜਨ ਖੋਟਾ ਪੁਰਸ਼, ਮਨਮੁਖ, ਪਤਤ, ਕੁਸੰਗਤੀਆ, ਨਾਸਤਕ, ਖਾਲ। ਵੈਸੇ ਦੁਰਜਨ ਪਤਾ ਕਿਹੜਾ ਹੁੰਦਾ? ਦੁਰਜਨ ਦੇ ਬੜੇ ਅਰਥ ਆ। ਤੇ ਧਾਰਮਿਕ ਗ੍ਰੰਥਾਂ 'ਚ ਆਇਆ ਵੀ ਜਿਹੜਾ ਦੁਰਜਨ ਆ, ਦੋਹੀ ਦਿਚੈ ਦੁਰਜਨਾ। ਖੋਟੇ ਪੁਰਸ਼ਾਂ ਦੀ ਸੰਗਤ ਵੱਲੋਂ ਦੋਹੀ, ਦੋਹੀ ਦਾ ਅਰਥ ਹੁੰਦਾ ਸਹੁੰ, ਜਿਹਦਾ ਭਾਵ ਹੁੰਦਾ ਵੀ ਕੰਨਾਂ ਨੂੰ ਹੱਥ ਲਾ ਲਾ, ਜੋ ਹੁੰਦਾ ਹੋ ਜੇ, ਪਰ ਖੋਟੇ ਬੰਦਿਆਂ ਦੀ ਸੰਗਤ ਨਹੀਂ ਕਰਨੀ ਕਦੀ। ਮਾੜੇ ਬੰਦਿਆਂ ਦੀ ਸੰਗਤ 'ਚ ਕਦੀ ਨਹੀਂ ਬਹਿਣਾ। ਮਾੜੇ ਪੁਰਖ ਦੀ ਸੰਗਤ ਨਹੀਂ ਕਰਨੀ। ਇਸ ਬੰਨਿਓ ਦੋਹੀ ਪ੍ਰਤਿਗਿਆ ਕਰ ਲਾ, ਦੁਹਾਈ ਦੇ ਦੇ। ਦੁਰਜਨਾ ਪ੍ਰੇਵਾਦੀ ਚਾ
मधु तिष्ठति जिह्वा अग्रे हृदय तू हलाल हलम हलालियम। दुर्जन बंदा भावें बड़ा मिठा बोले प्रियावादी चा नैत विश्वास कारणम नैतद विश्वास कारणम। दुर्जन प्रियावादी चा दुर्जना प्रियावादी चा नैतव विश्वास कारणम मधु तिष्ठति जिह्वा अग्रे हृदय तू हलाहलम। कहते जिहड़े दुर्जन होंदे ना खोटे होंदे बंदे वो जिन्ना मर्जी मिठा बोलन बड़ियां मिठियां गल्लां करन पखंड करन तू नहीं बहना इन्हां च जाके तू ना यकीन करी इन्हां दा। कहंदे क्यों ना करा वेख किड्डा मिठा बोलदा। कहंदे इन्हां दी जबान दे अगे शहद आ और हिरदे विच इन्हां दे जहर भरिया होया। कहंदे जी जे खोटा बंदा विद्वान होवे कथा करता होवे फिर ते उहदी कथा सुन लैनी चाहिए ना। जिद्दां अजकल करदे ते कथा ही आ ना महाराज दी ते बेड़ा गर्क करी जांदे सिक्खी दा पढ़ के। ये सब दुर्जन लोग ने। कहंदे जे विद्वान होवे तां कहंदे दुर्जना परिहर्त वयो विद्या अलंकृतो अपि सा मणिना भूषिता सर्पा किमसुना भयंकरा। वो दुर्जन बंदा भावें कथा भी करे खोटा बंदा पखंडी बंदा चुंच ज्ञानी भावें पढ़िया भी होवे पाठ भी करके सुनावे रब दियां गल्लां भी करके सुनावे तू नहीं सुननी। कहंदे जी लै वो ते कथा करदा रब दी गल करदा। कहंदे जिहड़ा सप हुंदा ना सप मणी उहदे कोले मणी हुंदी आ और डंग ते वो भी मारदा। तां जिवें सप दी मणी